Good morning, students. Today we will do third story ਦੁੱਧ ਅਤੇ ਪੁੱਤ। ਦੁੱਧ ਅਤੇ ਪੁੱਤ ਰਚਨਾ ਹੈ ਕਹਾਣੀਕਾਰ ਬਚਿੰਤ ਕੌਰ ਦੀ ਲਿਖੀ ਹੋਈ ਹੈ। ਇਸ ਕਹਾਣੀ ਵਿੱਚ ਜੋ ਬਚਿੰਤ ਕੌਰ ਹੈ ਉਹ ਆਪਣੇ ਅੱਜ ਕੱਲ੍ਹ ਦੇ ਬੱਚਿਆਂ ਨੂੰ ਸੰਦੇਸ਼ਾ ਦਿੰਦੀ ਹੈ ਕਿ ਆਪਣੇ ਮਾਪਿਆਂ ਨੂੰ ਬੋਝ ਨਹੀਂ ਸਮਝਣਾ ਚਾਹੀਦਾ, ਅਤੇ ਅੱਜ ਦੇ ਯੁੱਗ ਵਿੱਚ ਉਹ ਕਹਾਣੀਕਾਰ ਨਸੀਹਤ ਵੀ ਦਿੰਦੀ ਹੈ ਕਿ ਮਾਪਿਆਂ ਦੀ ਬੇਕਦਰੀ ਵੀ ਕਦੇ ਨਹੀਂ ਕਰਨੀ ਚਾਹੀਦੀ। ਇਸ ਕਹਾਣੀ ਦਾ ਪਾਤਰ ਹੈ ਬਾਬਾ ਬਾਰੂ, ਜਿਸ ਦੇ 5 ਪੁੱਤਰ ਹਨ, ਪਰ ਫਿਰ ਵੀ ਉਹ ਕਿਸੇ ਵੀ ਪੁੱਤਰ ਨਾਲ ਲੈ ਕੇ ਖੁਸ਼ ਨਹੀਂ ਹੈ, ਜਾਂ ਉਹ ਆਪਣੇ ਬੱਚਿਆਂ ਤੋਂ ਖੁਸ਼ ਨਹੀਂ ਹੈ, ਕਿਉਂਕਿ ਕੋਈ ਵੀ ਬੱਚਾ ਉਸਦਾ ਪੂਰਾ ਧਿਆਨ ਨਹੀਂ ਰੱਖਦਾ। ਅਤੇ 5 ਪੁੱਤਰ ਹੀ ਆਪਣੇ ਪਿਤਾ ਨੂੰ ਵਾਰੋ-ਵਾਰੀ 3-3 ਮਹੀਨੇ ਰੱਖਦੇ ਹਨ, ਜਿਸ ਕਰਕੇ ਉਹ ਬਹੁਤ ਹੀ ਦੁਖੀ ਰਹਿੰਦਾ ਹੈ। ਬਾਰੂ ਬਾਬੇ ਦੀ ਬੇਕਦਰੀ ਮਈ ਮਹੀਨੇ ਦੀ 5 ਤਰੀਕ ਹੋ ਜਾਣ ਦੇ ਬਾਵਜੂਦ ਉਸਨੂੰ ਬਾਹਰਲੇ ਘਰੋਂ ਕੋਈ ਲੈਣ ਨਹੀਂ ਆਇਆ। ਕਰਤਾਰ ਸਿੰਘ ਉਸਦਾ ਪਹਿਲਾ ਪੁੱਤਰ ਹੈ, ਜੋ ਉਸਦੀ ਘਰਵਾਲੀ ਬਾਰੂ ਨਾਲ ਔਖੇ ਬੋਲਦੀ ਹੈ। ਬੱਚੇ ਵੀ ਉਸਦੀ ਕੋਈ ਗੱਲ ਨਹੀਂ ਸੁਣਦੇ। ਉਸਦਾ ਉਸ ਘਰ ਵਿੱਚ ਦਿਲ ਨਹੀਂ ਲੱਗਦਾ ਸੀ। ਆਪਣੇ ਪੁੱਤਰ ਕਰਤਾਰੇ ਦੇ ਘਰ ਬਾਬੇ ਦਾ ਦਿਲ ਨਹੀਂ ਲੱਗਦਾ ਸੀ। ਫਿਰ ਇਸ ਤੋਂ ਬਾਅਦ ਉਹ ਦੂਸਰੇ ਪੁੱਤਰ ਪ੍ਰੀਤੂ ਦੇ ਘਰ ਜਾਂਦਾ ਹੈ, ਜੋ ਪ੍ਰੀਤੂ ਦੇ ਘਰ ਜਾਂਦੇ ਹੋਏ ਉਸਦੇ ਮਾਂ ਦੀ ਅੰਤਮ ਕਿਰਿਆ ਵੇਲੇ 5 ਭਰਾਵਾਂ ਨੇ ਫੈਸਲਾ ਕੀਤਾ ਸੀ ਕਿ 3-3 ਮਹੀਨੇ ਆਪਣੇ ਬਾਪੂ ਨੂੰ ਉਹਦੇ ਕੋਲ ਰੱਖ ਕੇ ਰੋਟੀ ਖਵਾਇਆ ਕਰਨਗੇ। ਅਤੇ ਵਾਰੀ ਦੇ ਮੁਤਾਬਿਕ ਪਹਿਲੀ ਤਰੀਕ ਤੋਂ ਬਾਅਦ ਉਸਦੇ ਦਿਨ ਪੂਰੇ ਹੋ ਚੁੱਕੇ ਸਨ, ਅਤੇ ਹੁਣ ਵਾਰੀ ਪ੍ਰੀਤੂ ਦੀ ਸੀ। ਪ੍ਰੀਤੂ ਦੇ ਘਰ ਬਾਬਾ ਗਿਆ, ਅਤੇ ਪ੍ਰੀਤੂ ਦੀ ਜੋ ਵਹੁਟੀ ਸੀ ਬੰਤ, ਉਹ ਆਪਣੇ ਸਹੁਰੇ ਦੀ ਜਾਂ ਆਪਣੇ ਬਾਬੇ ਜੀ ਦੀ ਸੇਵਾ ਕਰਨ ਵਿੱਚ ਕੋਈ ਕਸਰ ਨਹੀਂ ਛੱਡਦੀ ਸੀ। ਉਸ ਨੂੰ 2 ਵਾਰੀ ਕੱਪੜੇ ਵੀ ਧੋ ਕੇ ਦਿੰਦੀ ਸੀ, ਅਤੇ ਚਾਹ ਪਾਣੀ ਵੀ ਦੇ ਦਿੰਦੀ ਸੀ। ਬੱਚਿਆਂ ਨੂੰ ਵੀ ਬਾਬਾ ਦੀ ਸੇਵਾ ਕਰਨ ਲੈ ਕੇ ਆ ਗਿਆ ਸੀ, ਅਤੇ ਉਸਦਾ ਕਹਿਣਾ ਸੀ ਕਿ ਵੱਡਿਆਂ ਦੀ ਆਤਮਾ ਨੂੰ ਖੁਸ਼ ਰੱਖਾਂਗੇ ਤਾਂ ਰੱਬ ਵੀ ਉਹਨਾਂ ਨੂੰ ਖੁਸ਼ ਰੱਖੇਗਾ। ਪਰ ਉਸਦਾ ਪੁੱਤਰ ਜੋ ਪ੍ਰੀਤੂ ਸੀ, ਉਹ ਸ਼ਰਾਬੀ ਸੀ, ਜੋ ਉਸਦੀ ਵਹੁਟੀ ਹੈ ਬੰਤ, ਉਸਨੂੰ ਵੀ ਗਾਲਾਂ ਕੱਢਦਾ ਰਹਿੰਦਾ ਸੀ, ਅਤੇ ਆਪਣੇ ਪਿਤਾ ਬਾਰੂ ਨੂੰ ਵੀ ਉਹ ਕੁਛ ਨਹੀਂ ਸਮਝਦਾ ਸੀ, ਅਤੇ ਉਸਨੂੰ ਜਦੋਂ ਛੁਡਾਉਂਦਾ ਸੀ ਉਸਦੀ ਪਤਨੀ ਨਾਲ ਉਸਦੇ ਝਗੜੇ ਨੂੰ, ਤਾਂ ਉਹ ਉਸਨੂੰ ਵੀ ਮਾਰ ਦਿੰਦਾ ਸੀ, ਅਤੇ ਆਪਣੇ ਪਿਤਾ ਨੂੰ ਤਾਨੇ ਵੀ ਮਾਰਦਾ ਸੀ। ਬਾਬੇ ਬਾਰੂ ਨੂੰ ਤਾਨੇ ਮਾਰਦਾ ਸੀ ਕਿ ਬਾਪੂ ਹਜੇ ਕਿੰਨੇ ਦਿਨ ਮੰਜੀ ਪੂਜਣੀ ਹੈ। ਅਤੇ ਇਸ ਤਰ੍ਹਾਂ ਸੁਣ ਕੇ ਤਾਨੇ ਟਿਚਰ ਸੁਣ ਕੇ ਉਸਦਾ ਦਿਲ ਕੰਬ ਜਾਂਦਾ ਸੀ, ਅਤੇ ਉਹ ਪੁੱਤਰ ਦੀਆਂ ਟਿਚਰਾਂ ਸੁਣ ਕੇ ਵੀ ਚੁੱਪ ਰਹਿੰਦਾ ਸੀ। ਫਿਰ ਉਸ ਤੋਂ ਬਾਅਦ ਉਹ ਉਸਦੀ ਵਾਰੀ ਤਲੋਕੇ ਦੇ ਘਰ ਆ ਜਾਂਦੀ ਹੈ। ਉਸਦਾ ਤੀਸਰਾ ਪੁੱਤਰ ਤਲੋਕੇ ਦੇ ਘਰ 3-3 ਮਹੀਨਿਆਂ ਬਾਅਦ 3 ਮਹੀਨਿਆਂ ਤੋਂ ਬਾਅਦ ਫਿਰ ਬਾਪੂ ਤਲੋਕੇ ਦੇ ਘਰ ਜਾਂਦਾ ਹੈ, ਅਤੇ ਤਲੋਕੇ ਦੇ ਹੁੰਦਿਆਂ ਉਸਦੀ ਘਰਵਾਲੀ ਹੈ, ਜੋ ਬਾਬਾ ਜੀ ਦਾ ਬਹੁਤ ਜ਼ਿਆਦਾ ਧਿਆਨ ਰੱਖਦੀ ਹੈ। ਸਭ ਤੋਂ ਪਹਿਲਾਂ ਉਸਨੂੰ ਰੋਟੀ ਦਿੰਦੀ ਹੈ, ਉਸਦਾ ਪੂਰਾ ਧਿਆਨ ਰੱਖਦੀ ਹੈ, ਅਤੇ ਤਲੋਕਾ ਵੀ ਆਪਣੀ ਪਤਨੀ ਉੱਪਰ ਪੂਰਾ ਨਜ਼ਰ ਰੱਖਦਾ ਹੈ ਕਿ ਉਹ ਬਾਪੂ ਦੇ ਕਿਸੇ ਵੀ ਕੰਮ ਵਿੱਚ ਕੋਈ ਕਮੀ ਨਾ ਛੱਡੇ। ਪਰ ਉਹ ਆਂਦੀ ਜਾਂਦੀ ਕੋਈ ਨਾ ਕੋਈ ਤਨੋਕਾ ਬਾਪੂ ਨੂੰ ਮਾਰ ਹੀ ਜਾਂਦੀ ਹੈ ਕਿ ਉਸਦੇ ਹਿੱਸੇ ਜ਼ਮੀਨ ਥੋੜ੍ਹੀ ਹੈ, ਜਾਂ ਕਦੇ ਨਾ ਕਦੇ ਕੋਈ ਨਾ ਕੋਈ ਚੋਬਵੀਂ ਗੱਲ ਕਰ ਹੀ ਜਾਂਦੀ ਹੈ। ਅਤੇ ਕਦੇ ਬਾਬੇ ਨੂੰ ਸੋਚਦਾ ਵੀ ਹੈ ਕਿ ਸ਼ਾਇਦ ਨੂੰਹ ਸਹੀ ਕਹਿੰਦੀ ਹੈ, ਅਤੇ ਫਿਰ ਵੀ ਉਹ ਸਹਿਣ ਕਰ ਜਾਂਦਾ ਹੈ, ਅਤੇ ਉਹ ਫਿਰ ਵੀ ਤਲੋਕੇ ਬਾਰੇ ਸੋਚਦਾ ਹੈ ਕਿ ਨੂੰਹ ਦੇ ਸ਼ਾਇਦ ਠੀਕ ਹੀ ਕਹਿੰਦੀ ਹੈ ਕਿ ਤਲੋਕੀ ਦੀ ਜੋ ਤਨਖਾਹ ਹੈ ਉਹ 150 ਰੁਪਏ ਹੈ, ਬੱਚੇ ਵੀ ਪਾਲਣੇ ਹੈ, ਅਤੇ ਕਿਉਂ ਨਾ ਅੱਧੀ ਜ਼ਮੀਨ ਮੈਂ ਤਲੋਕੇ ਦੇ ਨਾਮ ਲਾ ਦਾਂ। ਬਾਕੀ ਸਾਰੇ ਘਰਾਂ ਦੇ ਜੋ ਮੇਰੇ ਬਾਕੀ ਪੁੱਤਰ ਹੈ ਉਹ ਚੰਗਾ ਖਾਂਦੇ ਪੀਂਦੇ ਹੈ, ਇੱਕ ਪੁੱਤਰ ਵਿਦੇਸ਼ ਵਿੱਚ ਹੈ, ਅਤੇ ਬਾਕੀ 3 ਪੁੱਤਰ ਉਹ ਚੰਗਾ ਖਾਂਦੇ ਪੀਂਦੇ ਹੈ, ਅਤੇ ਇਸ ਦੇ ਨਾਲ ਜ਼ਮੀਨ ਕਰ ਦਿੰਦਾ ਹਾਂ ਅੱਧੀ। ਪਰ ਫਿਰ ਸੋਚ ਜਾਂਦਾ ਹੈ ਕਿ ਜੇ ਮੈਂ ਇਸ ਦੇ ਨਾਂ ਅੱਧੀ ਜ਼ਮੀਨ ਕਰ ਦਿੱਤੀ ਤਾਂ ਮੇਰੇ ਦੂਜੇ ਪੁੱਤਰ ਹੈ ਜੋ ਲੜ ਮਰ ਕੇ ਮਰ ਜਾਣਗੇ, ਜਾਂ ਲੜ ਮਰਨ ਲਈ ਤਿਆਰ ਹੋ ਜਾਣਗੇ। ਚੌਥਾ ਪੁੱਤਰ ਦਿਆਲੇ ਵੱਲੋਂ ਪਿੰਡ ਦੀ ਜ਼ਮੀਨ ਉੱਪਰ ਵਾਲੀ, ਜੋ ਦਿਆਲਾ ਹੈ ਉਹੀ ਸਾਰੀ ਜ਼ਮੀਨ ਵਾਹੁੰਦਾ ਹੈ, ਬੀਜਦਾ ਹੈ, ਸਭ ਕੁਛ ਉਹੀ ਧਿਆਨ ਰੱਖਦਾ। ਉਸਦੇ ਘਰ ਸਭ ਕੁਛ ਹੈ, ਪਰ ਉਸਦੀ ਨੀਅਤ ਖੋਟੀ ਹੈ। ਉਹ ਪਟਵਾਰੀ ਨਾਲ ਮਿਲ ਕੇ ਪੂਰੀ ਜ਼ਮੀਨ 'ਤੇ ਕਬਜ਼ਾ ਕਰਨਾ ਚਾਹੁੰਦਾ ਹੈ, ਅਤੇ ਆਪਦੇ ਪਿੰਡ ਉਹ ਬਾਬੇ ਬਾਰੂ ਨੂੰ ਬੁਲਾ ਕੇ ਰਾਜੀ ਹੀ ਨਹੀਂ ਹੁੰਦਾ। ਆਪਣੇ ਵੱਡੇ ਪਰਿਵਾਰ ਵਿੱਚ ਵੀ ਦੁਖੀ, ਅਤੇ ਬਾਰੂ ਬਾਪੂ ਹੈ ਉਹ ਕਈ ਵਾਰ ਬਹੁਤ ਦੁਖੀ ਹੋ ਜਾਂਦਾ ਹੈ ਕਿ ਉਹ ਵੀ ਇੱਕ ਸਮਾਂ ਸੀ ਜਦੋਂ ਪਿੰਡ ਦੇ ਸਾਰੇ ਲੋਕ ਉਸਨੂੰ ਵੱਡੇ ਪਰਿਵਾਰ ਵਾਲਾ ਕਹਿ ਕੇ ਬੁਲਾਉਂਦੇ ਸੀ। ਪੋਤੇ ਪੋਤਿਆਂ ਵਿੱਚ ਬੈਠਾ ਹੋਇਆ
ਇਹ ਵੀ ਭੁੱਲ ਜਾਂਦਾ ਸੀ ਕਿ ਕਿਹੜਾ ਪੁੱਤਰ ਕਿੰਦਾ ਹੈ। ਘਰ ਵਾਲੇ ਦੇ ਜਿਉਂਦੇ ਜੀ ਉਸ ਨੂੰ ਕੋਈ ਫਿਕਰ ਹੀ ਨਹੀਂ ਹੁੰਦਾ ਸੀ। ਵੱਡਾ ਪਰਿਵਾਰ ਮਤਲਬ ਕਿ ਬਹੁਤ ਵੱਡੀ ਫੈਮਿਲੀ ਸੀ, ਅਤੇ ਉਸ ਵਿੱਚ ਜਦੋਂ ਪਤੀ ਪਤਨੀ ਹੁੰਦੀ ਸੀ ਤਾਂ ਪੂਰਾ ਪਰਿਵਾਰ ਇਕੱਠੇ ਰਹਿੰਦੇ ਸੀ, ਤਾਂ ਉਸ ਨੂੰ ਪਤਾ ਨਹੀਂ ਚੱਲਦਾ ਸੀ ਕਿ ਕਿਹੜਾ ਪੁੱਤ ਆ, ਕਿਸ ਦਾ ਬੱਚਾ, ਕਿ ਕੌਣ ਹੈ। ਅਤੇ ਉਹ ਬਹੁਤ ਹੀ ਖੁਸ਼ੀ ਰਹਿੰਦਾ ਸੀ। ਪਤਨੀ ਦੇ ਜਾਣ ਤੋਂ ਬਾਅਦ ਸਭ ਕੁਝ ਹੀ ਬਦਲ ਗਿਆ, ਅਤੇ ਉਸ ਦੀ ਹਮਦਰਦੀ ਸੀ ਬਾਹਰਲੇ ਪੁੱਤਰ ਨਾਲ। ਬਾਰੂ ਬਾਬੇ ਆਪਣੇ ਕੋਲ ਰਹਿੰਦੇ 4 ਪੁੱਤਰਾਂ ਨਾਲ ਇਸ ਗੱਲ ਦਾ ਇਤਰਾਜ਼ ਸੀ ਕਿ ਉਹ ਇੱਕ ਦੂਸਰੇ ਵੱਲ ਤੱਕਣ ਲਈ ਜੱਦੋ-ਜਹਿਦ ਵਿੱਚ ਰਹਿੰਦੇ ਹਨ, ਕਿ ਉਹ ਇਸ ਨੂੰ ਵੀ ਜੋ ਵੀ ਕਹਿੰਦੇ ਹਨ ਵੀ ਜਦੋਂ ਕਦੋਂ ਮਹੀਨੇ ਪੂਰੇ ਹੋਣਗੇ ਤਾਂ ਇਸ ਨੂੰ ਦੂਜੇ ਦੇ ਘਰ ਭੇਜਿਆ ਜਾਏ, ਕਦੋਂ 3 ਮਹੀਨੇ ਪੂਰੇ ਹੋਣਗੇ ਤਾਂ ਉਸ ਨੂੰ ਦੂਸਰੇ ਘਰ ਭੇਜਿਆ ਜਾਏ। ਅਤੇ ਉਹ ਇਸ ਤਰ੍ਹਾਂ ਸੋਚਦਾ, ਆਪਣੀ ਪਤਨੀ ਨੂੰ ਵੀ ਯਾਦ ਕਰਦਾ ਸੀ। ਉਸਦੀ ਘਰਵਾਲੀ ਕਹਿੰਦੀ ਹੁੰਦੀ ਸੀ ਕਿ ਜਿੰਨੇ ਪੁੱਤ ਹੋਣਗੇ ਉਨਾ ਸੁੱਖ ਹੋਏਗਾ। ਕਹਾਵਤ ਹੈ, ਜਿੰਨੇ ਪੁੱਤ ਓਨੇ ਸੁੱਖ। ਪਰ ਅੱਜ ਉਸ ਨੂੰ ਕੋਈ ਰੁੱਖੀ ਸੁੱਕੀ ਖਵਾ ਕੇ ਵੀ ਖੁਸ਼ ਨਹੀਂ ਹੈ, ਅਤੇ ਉਸ ਨੂੰ ਸਾਰੇ ਪੁੱਤਰਾਂ ਨੂੰ ਭਾਰੀ ਲੱਗਦੀ ਹੈ। ਜੋ ਬਾਬੇ ਦਾ 5ਵਾਂ ਪੁੱਤਰ ਸੀ, ਉਹ ਬਾਹਰ ਨੌਕਰੀ ਕਰਦਾ ਸੀ, ਹਜੇ ਵਿਆਹਿਆ ਨਹੀਂ ਸੀ। ਉਸ ਦੇ ਨਾਲ ਬਾਰੂ ਨੂੰ ਕੋਈ ਗਿਲਾ ਸ਼ਿਕਵਾ ਨਹੀਂ ਸੀ। ਬਾਰੂ ਵੱਲੋਂ ਆਪਣੇ ਛੋਟੇ ਭਰਾ ਨਾਲ ਸੰਬੰਧ। ਫਿਰ ਜਦੋਂ ਕਰਤਾਰੇ ਦੇ ਦੁਆਰਾ ਘਰ ਵਾਰੀ ਆ ਜਾਂਦੀ ਹੈ ਉਸਦੀ, ਤਾਂ ਉਹ ਤਾਂ ਬੜਾ ਖੁਸ਼ ਹੁੰਦਾ, ਕਿਉਂਕਿ ਕਰਤਾਰੇ ਦੇ ਘਰ ਦੇ ਕੋਲ ਹੀ ਉਸਦਾ ਛੋਟਾ ਭਰਾ ਰਹਿੰਦਾ ਹੈ, ਜਿਸ ਦਾ ਇਕਲੌਤਾ ਪੁੱਤਰ ਹੈ, ਅਤੇ ਉਹ ਖੁਸ਼ੀ ਨਾਲ ਹੀ ਉੱਥੇ ਰਹਿ ਰਿਹਾ ਹੈ। ਬਾਰੂ ਆਪਣੇ ਛੋਟੇ ਭਰਾ ਨਾਲ ਬੈਠ ਕੇ ਆਪਣਾ ਦੁੱਖ ਸੁੱਖ ਫਰੋਲਦਾ ਰਹਿੰਦਾ ਹੈ, ਅਤੇ ਮਹਿਸੂਸ ਕਰਦਾ ਕਿ ਉਸਦੇ ਛੋਟੇ ਪੁੱਤਰ ਨੂੰ ਤਾਂ ਕੋਈ ਬਟਵਾਰੇ ਦਾ ਫਿਕਰ ਹੀ ਨਹੀਂ ਹੈ, ਅਤੇ ਆਪਣੇ 9 ਪੁੱਤਰ ਵੱਲੋਂ ਸੇਵਾ ਵਿੱਚ ਕੋਈ ਕਮੀ ਵੀ ਨਹੀਂ ਹੋਵੇਗੀ, ਕਿ ਉਸਦਾ ਇਕਲੌਤਾ ਪੁੱਤਰ ਉਸਦੀ ਸੇਵਾ ਕਰ ਰਿਹਾ ਹੈ। ਉਸਨੂੰ ਆਪਣੇ ਪੁੱਤਰਾਂ ਵਿੱਚ ਜ਼ਮੀਨ ਜਾਇਦਾਦ ਵੰਡਣ ਦਾ ਕੋਈ ਫਿਕਰ ਨਹੀਂ ਹੈ, ਅਤੇ ਮੇਰੇ ਇੰਨੇ ਪੁੱਤਰ ਹੋਣ ਦੇ ਬਾਵਜੂਦ ਵੀ ਮੈਂ ਦੁਖੀ ਹਾਂ। ਤਾਂ ਇਸ ਕਹਾਣੀ ਵਿੱਚ ਕਹਾਣੀਕਾਰ ਨੇ ਇਹ ਸਿੱਖਿਆ ਦਿੱਤੀ ਹੈ ਕਿ ਆਪਣੇ ਮਾਂ ਪਿਓ ਦੀ ਬੇਕਦਰੀ ਨਹੀਂ ਕਰਨੀ ਚਾਹੀਦੀ। ਅਤੇ ਨਾਲ ਸਾਨੂੰ ਇਸ ਕਹਾਣੀ ਦੇ ਟਾਈਟਲ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਜੇ ਦੁੱਧ ਅਤੇ ਪੁੱਤ ਠੀਕ ਰਹਿਣ ਤਾਂ ਹੀ ਵਧੀਆ ਹੁੰਦਾ ਹੈ, ਜੇ ਦੋਨੋਂ ਫਿੱਟਣ ਲੱਗ ਜਾਣ ਤਾਂ ਖਰਾਬ ਹੋ ਜਾਣ ਤਾਂ ਜ਼ਿੰਦਗੀ ਵਿਅਰਥ ਹੋ ਜਾਂਦੀ ਹੈ, ਨੁਕਸਾਨ ਹੀ ਹੁੰਦਾ ਹੈ। ਸੋ ਸਟੂਡੈਂਟਸ, ਰਿਵਾਈਜ਼ ਦਿਸ ਸਟੋਰੀ।